ਵਾਹਿਗੁਰੂ 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 ਵਾਹਿਗੁਰੂ। ਜਾਪੈ ਆਪ ਪ੍ਰਭ ਤਿਹ ਲੋਏ, जुग जुग दाता अवर न कोय। ज्यों पावै त्यों राखै राख, जस जाचो देवै पत साख। जागत जाग रहा तुद पावा, जा तू मेलै ता तुझै समावा। जय जयकार जपो जगदीश, गुरमत मिलिए बीस इक्कीस। जय जयकार जपो जगदीश, गुरमत मिलिए बीस इक्कीस। वाहिगुरू गुरु दी परम प्यारी गुरुसवारी साध संगत जीओ, फतेह बुलाओ। वाहिगुरू जी का खालसा, वाहिगुरू जी की फतेह। साध संगत जी, आपां कुछ दिनों तो ਸਾਹਿਬ श्री गुरु नानक देव महाराज जी की बाणी दखणी ओंकार ਦਾ ਵਿਚਾਰ ਕਰ ਰਹੇ ਹਾਂ। ਅੱਜ ਆਪਾਂ ਅਗਲੇ ਬੰਦ ਦੇ ਵਿੱਚ ਵਿਚਾਰ ਕਰਾਂਗੇ। ਇਹ 25ਵਾਂ ਬੰਦ ਹੈ ਇਸ ਬਾਣੀ ਦਾ ਕਿ ਸਤਿਗੁਰੂ ਸਾਨੂੰ ਕੀ ਬਖਸ਼ਿਸ਼ ਕਰਦੇ ਹੈ, ਇਹ ਬਾਣੀ ਦੁਆਰਾ ਸਾਨੂੰ ਕੀ ਸਮਝਾਉਂਦੇ ਹੈ। ਸਤਿਗੁਰੂ ਬਖਸ਼ਿਸ਼ ਕਰਦੇ ਹੈ, ਜਾਪੈ ਆਪ ਪ੍ਰਭ ਤਿਹ ਲੋਏ, ਜੁਗ ਜੁਗ ਦਾਤਾ ਅਵਰ ਨਾ ਕੋਏ। ਸਤਿਗੁਰੂ ਬਖਸ਼ਿਸ਼ ਕਰਦੇ ਆ ਭਾਈ, ਗੁਰਮੁਖ ਪਿਆਰੀ ਰੂਹ ਜਦੋਂ ਪਰਮਾਤਮਾ ਦਾ ਨਾਮ ਆਪਣੇ ਹਿਰਦੇ 'ਚ ਵਸਾ ਕੇ ਪਰਮਾਤਮਾ ਦਾ ਜਾਪ ਕਰਦੀ ਹੈ ਅਤੇ ਉਦੋਂ ਪਰਮ ਪਿਤਾ ਪਰਮਾਤਮਾ ਦਾ ਉਸ ਨੂੰ ਗਿਆਨ ਹੋ ਜਾਂਦਾ ਹੈ। ਔਰ ਉਹ ਜਾਪ ਜਦੋਂ ਕਰਦੀ ਹੈ ਨਾ, ਅਤੇ ਉਸ ਰੂਹ ਨੂੰ ਪਰਮ ਪਿਤਾ ਪਰਮਾਤਮਾ ਜਿਹੜਾ ਆਪ ਹੀ ਪ੍ਰਭੂ ਹੈ, ਉਹ ਤਿੰਨ ਲੋਕਾਂ ਦੇ ਵਿੱਚ ਵਸਿਆ ਹੋਇਆ ਦਿਖਾਈ ਦਿੰਦਾ ਹੈ। ਇਹ ਪ੍ਰਭੂ ਤਿੰਨ ਲੋਕ ਦੇ ਵਿੱਚ ਜਾਪਦਾ ਹੈ, ਦਿਸਦਾ ਹੈ, ਮਹਿਸੂਸ ਹੁੰਦਾ ਹੈ ਗੁਰਮੁਖ ਪਿਆਰੀ ਰੂਹ ਨੂੰ। ਅਤੇ ਗੁਰੂ ਸਾਹਿਬ ਕਹਿੰਦੇ ਆ, ਜੁਗ ਜੁਗ ਦਾਤਾ ਅਵਰ ਨ ਕੋਏ। ਅਤੇ ਇਹ ਪਰਮ ਪਿਤਾ ਪਰਮਾਤਮਾ ਜਿਹੜਾ ਤਿੰਨ ਲੋਕਾਂ ਦਾ ਮਾਲਕ ਹੈ, ਇਹ ਸਾਰੇ ਸੰਸਾਰ ਨੂੰ ਜੁਗਾਂ ਜੁਗਾਂ ਤੋਂ ਵਸਤਾਂ ਦੇ ਰਿਹਾ, ਦਾਨ ਕਰ ਰਿਹਾ, ਦਾਤਾ ਹੈ ਸਾਰੇ ਜੱਗ ਦਾ। ਇਹ ਸਾਰੇ ਜੱਗ ਨੂੰ ਜੁਗਾਂ ਜੁਗਾਂ ਤੋਂ ਦਾਤਾਂ ਦੇ ਰਿਹਾ ਹੈ। ਹੋਰ ਕੋਈ ਐਸੀ ਸ਼ਕਤੀ ਨਹੀਂ ਹੈ ਕਿ ਜਿਹੜੀ ਦਾਤਾਂ ਇਹ ਸਾਰੇ ਸੰਸਾਰ ਨੂੰ ਦੇ ਸਕੇ, ਸਾਰੇ ਸੰਸਾਰ ਨੂੰ ਰਿਜ਼ਕ ਭੇਜ ਸਕੇ, ਸਾਰੇ ਸੰਸਾਰ ਨੂੰ ਹੋਰ ਜੋ ਵੀ ਲੋੜਾਂ ਹੈ, ਵਸਤਾਂ ਹੈ, ਉਹਨਾਂ ਦੀ ਪੂਰਤੀ ਕਰ ਸਕੇ। ਅਤੇ ਪਰਮ ਪਿਤਾ ਪਰਮਾਤਮਾ ਗੁਰੂ ਸਾਹਿਬ ਕਹਿੰਦੇ ਆ ਵੀ ਸਿਰ ਸਿਰ ਰਿਜ਼ਕ ਸੰਭਾਹੇ ਠਾਕਰ, ਕਾਹੇ ਮਨ ਪਉ ਕਰਿਆ। ਭਾਈ ਇਹ ਮਨੁੱਖ, ਗੁਰਮੁਖ ਜਿਹੜੇ ਮਨੁੱਖ ਹੈ, ਉਹਨਾਂ ਨੂੰ ਇਹ ਵਿਸ਼ਵਾਸ ਹੋ ਜਾਂਦਾ ਹੈ ਕਿ ਸਾਡੀ ਰੂਹ ਦਾ ਦਾਣਾ ਪਾਣੀ ਜਿਹੜਾ ਹੈ, ਸਾਡੀ ਰੂਹ ਨੂੰ ਉਹ ਦਾਤਾ ਜਿਹੜਾ ਹੈ ਉਹ ਆਪੇ ਭੇਜੇਗਾ, ਆਪੇ ਸਾਨੂੰ ਦੇ ਲੋੜਾਂ ਦੀ ਜਿਹੜੀ ਪੂਰਤੀ ਹੈ ਉਹ ਦਾਤਾ ਕਰੇਗਾ। ਅਤੇ ਇਸ ਤਰ੍ਹਾਂ ਦੇ ਨਾਲ ਗੁਰੂ ਸਾਹਿਬ ਕਹਿੰਦੇ ਆ ਵੀ ਉਹ ਜੁਗਾਂ ਜੁਗਾਂ ਤੋਂ ਇਹ ਜੀਵਾਂ ਦੀਆਂ ਲੋੜਾਂ ਦੀ ਪੂਰਤੀ ਕਰਦਾ ਹੈ। ਤੋ ਸਾਧ ਸੰਗਤ ਜੀ ਅੱਗੇ ਬਖਸ਼ਿਸ਼ ਕਰਦੇ ਆ, ਜਿਉਂ ਭਾਵੈ ਤਿਉ ਰਾਖੈ ਰਾਖ। ਹਰ ਜੀਵ ਨੂੰ ਪਰਮ ਪਿਤਾ ਪਰਮਾਤਮਾ ਜਿਵੇਂ ਮਹਿਸੂਸ ਕਰਦਾ ਹੈ, ਜਿਵੇਂ ਉਸ ਨੂੰ ਚੰਗਾ ਲੱਗਦਾ ਹੈ, ਉਹ ਉਸੇ ਤਰ੍ਹਾਂ ਹੀ ਉਸ ਰੂਹ ਨੂੰ ਰੱਖਦਾ ਹੈ। ਗੁਰੂ ਸਾਹਿਬ ਬਖਸ਼ਿਸ਼ ਕਰਦੇ ਆ, ਜਸ ਜਾਚੋ ਦੇਵੈ ਪਤ ਸਾਖ। ਅਗਰ ਕੋਈ ਗੁਰਮੁਖ ਪਿਆਰੀ ਰੂਹ, ਗੁਰੂ ਸਾਹਿਬ ਕਹਿੰਦੇ ਆ ਵੀ ਤੁਸੀਂ ਅਗਰ ਪਰਮਾਤਮਾ ਦਾ ਜਸ ਕਰਕੇ ਕੋਈ ਬੇਨਤੀ ਕਰੋਗੇ, ਬਿਣੇ ਕਰੋਗੇ, ਜਾਚਨਾ ਕਰੋਗੇ, ਮੰਗੋਗੇ ਨਾ ਕੁਛ, ਅਤੇ ਗੁਰੂ ਸਾਹਿਬ ਕਹਿੰਦੇ ਆ ਉਹ ਪਰਮ ਪਿਤਾ ਪਰਮਾਤਮਾ ਪਤ ਦੇਵੇਗਾ। ਔਰ ਸਾਖ, ਪਤ ਦੀ ਸਾਖ, ਸਾਖ ਦਾ ਮਤਲਬ ਇੱਕ ਵਿਵਸਥਾ ਐਸੀ ਬਣ ਜਾਣੀ ਕਿ ਹਰ ਸਮੇਂ ਉਸ ਦੀ ਪਤ, ਉਸ ਦੀ ਇੱਜ਼ਤ ਬਣੀ ਰਹਿਣੀ। ਸਾਖਾ ਮਤਲਬ ਸੰਸਾਰ ਦੇ ਵਿੱਚ ਸਾਖਾ ਬਣ ਜਾਣੀ।
ਸਾਖਾ ਦਾ ਮਤਲਬ ਹੁੰਦਾ ਹੈ ਕਿ ਪ੍ਰਭਾਵ ਹੋਣਾ, ਐਸਾ ਪ੍ਰਭਾਵ ਹੋਣਾ ਜੀਵਾਂ ਦੇ ਉੱਤੇ ਕਿ ਜੀਵ ਉਸ ਦੀ ਹਰ ਗੱਲ ਨੂੰ ਮੰਨਣਾ ਸ਼ੁਰੂ ਕਰ ਦੇਣ, ਉਸ ਦਾ ਸਤਿਕਾਰ ਕਰਨਾ ਸ਼ੁਰੂ ਕਰ ਦੇਣ ਔਰ ਉਸ ਨੂੰ ਇਸ ਸੰਸਾਰ ਦੇ ਵਿੱਚ ਪਤ ਦੀ ਪ੍ਰਾਪਤੀ ਹੋ ਜਾਵੇ। ਇਸ ਤਰ੍ਹਾਂ ਨਾਲ ਗੁਰੂ ਸਾਹਿਬ ਬਖਸ਼ਿਸ਼ ਕਰਦੇ ਆ, ਜਾਗਤ ਜਾਗ ਰਹਾ ਤੁਧ ਭਾਵਾ, ਜਾ ਤੂੰ ਮੇਲੇ ਤਾਂ ਤੁਝੇ ਸਮਾਵਾ। ਹੁਣ ਸਤਿਗੁਰੂ ਬਖਸ਼ਿਸ਼ ਕਰਦੇ ਆ, ਜਾਗਤ ਜਾਗ ਰਹਾ, ਇਹ ਗੁਰਮੁਖ ਰੂਹ ਫਿਰ ਪਰਮਪਿਤਾ ਪਰਮਾਤਮਾ ਦੇ ਨਾਮ ਦੇ ਵਿੱਚ, ਪਰਮਾਤਮਾ ਦੀ ਸ਼ਰਨ ਦੇ ਵਿੱਚ ਹੋ ਕੇ ਹਮੇਸ਼ਾ ਜਾਗਦੀ ਰਹਿੰਦੀ ਹੈ ਔਰ ਜਾਗਦੀ ਰਹਿੰਦੀ ਹੈ। ਜਦੋਂ ਇਹ ਜਾਗ ਰਹਿੰਦੀ ਹੈ ਤੇ ਗੁਰੂ ਸਾਹਿਬ ਕਹਿੰਦੇ ਆ ਵੀ ਪਰਮਪਿਤਾ ਪਰਮਾਤਮਾ ਨੂੰ ਪਿਆਰ ਕਰਦੀ ਹੈ, ਭਾਓ ਪਰਮਾਤਮਾ ਨੂੰ ਮੰਨ ਕੇ ਪਰਮਾਤਮਾ 'ਤੇ ਪਿਆਰ ਕਰਦੀ ਹੈ ਔਰ ਪਰਮਾਤਮਾ ਦੇ ਪਿਆਰ ਕਰਨ ਦਾ ਫਲ ਇਹ ਹੁੰਦਾ ਕਿ ਜਦੋਂ ਉਹ ਪਰਮਪਿਤਾ ਪਰਮਾਤਮਾ ਇਸ ਰੂਹ 'ਤੇ ਕਿਰਪਾ ਕਰਦਾ ਨਾ ਕਿ ਤੂੰ ਮੇਰੇ ਵਿੱਚ ਆ ਕੇ ਮਿਲ ਜਾ, ਤੇ ਗੁਰੂ ਸਾਹਿਬ ਕਹਿੰਦੀ ਆ ਉਦੋਂ ਫਿਰ ਇਹ ਰੂਹ ਜਿਹੜੀ ਹੈ ਇਸ ਪਰਮਾਤਮਾ ਦੀ ਜੋਤ ਦੇ ਵਿੱਚ ਅਭੇਦ ਹੋ ਜਾਂਦੀ ਹੈ, ਮਿਲ ਜਾਂਦੀ ਹੈ, ਸਮਾ ਜਾਂਦੀ ਹੈ। ਜੋਤੀ ਜਿਹੜੀ ਰੂਹ ਔਰ ਪਰਮਾਤਮਾ ਦੀ ਜੋਤੀ ਜਿਹੜੀ ਹੈ ਉਹ ਇੱਕਮਿਕ ਹੋ ਜਾਂਦੀਆਂ ਹੈ। ਇਸ ਤਰ੍ਹਾਂ ਨਾਲ ਗੁਰੂ ਸਾਹਿਬ ਬਖਸ਼ਿਸ਼ ਕਰਦੇ ਹੈ, ਜੈ ਜੈਕਾਰ ਜਪੋ ਜਗਦੀਸ਼, ਗੁਰਮਤਿ ਮਿਲਿਐ 20 21। ਹੁਣ ਸਤਿਗੁਰੂ ਜਿਹੜੀ ਹੈ ਸਾਨੂੰ ਉਹ ਸਮਝਾ ਰਹੇ ਆ, ਭਾਈ ਗੁਰਮੁਖ ਪਿਆਰਿਓ, ਤੁਸੀਂ ਜੇ ਪਰਮਾਤਮਾ ਦੀ ਪ੍ਰਾਪਤੀ ਕਰਨੀ ਹੈ ਨਾ ਤੇ ਇਸ ਤਰ੍ਹਾਂ ਦੇ ਨਾਲ ਫਿਰ ਪਰਮਪਿਤਾ ਪਰਮਾਤਮਾ ਦੀ ਜੈ ਜੈਕਾਰ ਕਰੋ, ਸਿਫਤ ਸਲਾਹ ਕਰੋ, ਗੁਣਾਂ ਦਾ ਜਸ ਕਰੋ। ਤੇ ਗੁਰੂ ਸਾਹਿਬ ਬਖਸ਼ਿਸ਼ ਕਰਦੇ ਹੈ ਵੀ ਭਾਈ ਇਸ ਤਰ੍ਹਾਂ ਦੇ ਨਾਲ ਤੁਹਾਡਾ ਜਿਹੜਾ ਜਪ ਹੈ ਉਸ ਪਰਮਪਿਤਾ ਪਰਮਾਤਮਾ ਦਾ ਜਪ ਹੋ ਜਾਏਗਾ ਔਰ ਜਦੋਂ ਪਰਮਪਿਤਾ ਪਰਮਾਤਮਾ ਦਾ ਜਪ ਹੋ ਜਾਏਗਾ ਉਦੋਂ ਪਰਮਾਤਮਾ ਖੁਸ਼ ਹੋ ਜਾਏਗਾ ਤੇ ਗੁਰੂ ਸਾਹਿਬ ਕਹਿੰਦੇ ਆ ਤੁਹਾਨੂੰ ਆਪਣੇ ਨਾਲ ਮਿਲਾ ਲਏਗਾ। ਗੁਰੂ ਸਾਹਿਬ ਕੀ ਕਹਿੰਦੇ ਆ, ਗੁਰਮਤਿ ਮਿਲਿਐ 20 21। ਗੁਰੂ ਮਤ ਦੁਆਰਾ, ਗੁਰੂ ਦੀ ਕਿਰਪਾ ਨਾਲ ਇਹ ਰੂਹ ਜਿਹੜੀ ਹੈ, ਇਸ ਸੰਸਾਰ ਦੇ ਵਿੱਚ ਵਸਣ ਵਾਲੀ ਰੂਹ ਜਿਹੜੀ ਹੈ ਉਹ ਪਰਮਪਿਤਾ ਪਰਮਾਤਮਾ ਦਾ 21 ਸਰੂਪ, 21 ਈਸ਼ਵਰ, ਇੱਕ ਪਰਮਪਿਤਾ ਪਰਮਾਤਮਾ ਦਾ ਸਰੂਪ ਹੋ ਜਾਂਦੀ ਹੈ, ਜਿਹੜੀ ਕਿ ਪਹਿਲਾਂ 20 ਭਾਵ ਸੰਸਾਰ ਜਿਹੜਾ ਨਾ ਸਾਰਾ 1 2 3 4 5 20 ਤੱਕਰ ਜਿਹੜਾ ਸੰਸਾਰ ਜਿਹੜਾ ਆਪਣੇ ਕਰਮ ਕਰਦਾ ਹੈ 20 ਦੀ ਗਿਣਤੀ ਹੈ। ਇਹ ਸਾਰੇ ਜਿਹੜੇ ਆ ਗੁਣ ਜਿੰਨੇ ਵੀ ਹੈ ਨਾ ਇਹ ਪਰਮਾਤਮਾ ਤੱਕਰ ਨਹੀਂ ਪਹੁੰਚਦੇਗੇ, ਸੰਸਾਰ ਦੇ ਵਿੱਚ ਹੀ ਰਹਿ ਜਾਂਦੇ ਆ ਔਰ ਸੰਸਾਰ ਦੇ ਕਰਮ ਕਰਦੀ ਰੂਹ ਸਾਡੀ ਜਿਹੜੀ ਹੈ ਉਹ ਨਰਕ ਦੇ ਰਸਤੇ ਨੂੰ ਪ੍ਰਾਪਤ ਹੁੰਦੀ ਹੈ। ਪਰ ਜਦੋਂ ਇਹ ਪਰਮਾਤਮਾ ਦੀ ਗੁਰੂ ਮਤ ਦੁਆਰਾ ਜੈ ਜੈਕਾਰ ਕੀਤੀ ਜਾਂਦੀ ਹੈ, ਜਸ ਗਾਇਨ ਕੀਤਾ ਜਾਂਦਾ ਹੈ, ਉਦੋਂ ਇਹ 20 ਸੰਸਾਰੀ ਲੋਕ ਵੀ ਜਿਹੜੇ ਆ ਇੱਕ ਪਰਮਪਿਤਾ ਪਰਮਾਤਮਾ ਦਾ ਸਰੂਪ ਹੋ ਜਾਂਦੇ ਆ, ਭਗਤ ਹੋ ਜਾਂਦੇ ਆ, ਗੁਰੂ ਦਾ ਸਰੂਪ ਹੋ ਜਾਂਦੇ ਆ। ਤੋ ਇਸ ਤਰ੍ਹਾਂ ਦੇ ਨਾਲ ਗੁਰੂ ਸਾਹਿਬ ਬਖਸ਼ਿਸ਼ ਕਰਦੇ ਆ ਅੱਗੇ, ਝੱਖ ਬੋਲਣ ਕਿਆ ਝੱਖ ਸੋਵਾਦ, ਚੂਰ ਮਰੈ ਦੇਖੈ ਪਰਮਾਦ, ਜਨਮ ਮੂਏ ਨਹੀਂ ਜੀਵਨ ਆਸਾ, ਆਏ ਚਲੇ ਭਏ ਆਸ ਨਿਰਾਸਾ, ਚੁਰ ਚੁਰ ਝੱਖ ਮਾਟੀ ਰਲ ਜਾਏ, ਕਾਲ ਨ ਚਾਂਪੈ ਹਰ ਗੁਣ ਗਾਏ, ਪਾਈ ਨਵਨਿਧ ਹਰ ਕੈ ਨਾਏ, ਆਪੇ ਦੇਵੈ ਸਹਿਜ ਸੁਪਾਏ। ਹੁਣ ਇਸ ਬੰਦ ਦੇ ਵਿੱਚ ਗੁਰੂ ਸਾਹਿਬ ਸਾਨੂੰ ਬਖਸ਼ਿਸ਼ ਕਰ ਰਹੇ ਆ, ਭਾਈ ਸੰਸਾਰ ਦੇ ਵਿੱਚ ਜੋ ਵੀ ਸੰਸਾਰ ਦੇ ਲੋਕ ਬੋਲਦੇ ਆ ਨਾ, ਜੋ ਵੀ ਗੱਲਾਂ ਕਰਦੇ ਆ, ਜੋ ਵੀ ਕਰਮ ਕਰਦੇ ਆ, ਜੋ ਵੀ ਕੁਛ ਕਰਦੇ ਆ, ਕਹਿੰਦੇ ਵੀ ਉਹ ਗੁਰੂ ਸਾਹਿਬ ਕਹਿੰਦੇ ਵੀ ਉਹ ਬੋਲਣ ਜਿਹੜਾ ਹੈ ਨਾ ਸਿਰਫ ਪਰਮਾਤਮਾ ਦੇ ਨਾਮ ਤੋਂ ਬਿਨਾਂ ਜੋ ਬੋਲਿਆ ਜਾਂਦਾ, ਜੋ ਵੀ ਬੋਲਿਆ ਜਾਂਦਾ, ਕਹਿੰਦੇ ਉਹ ਝੱਖ ਹੈ, ਉਹਦੀ ਕੋਈ ਕੀਮਤ ਨਹੀਂ ਹੈ। ਝੱਖ ਬੋਲਣ ਕਿਆ ਜਗ ਸੋ ਬਾਦ, ਜਗ ਦੇ ਵਿੱਚ ਉਹ ਆਪਣੀਆਂ ਲੜਾਈਆਂ, ਆਪਣੇ ਵਾਦ ਵਿਵਾਦ, ਆਪਣੀ ਮੱਤ ਨੂੰ ਮਤਲਬ ਸ੍ਰੇਸ਼ਟ ਕਰਨਾ, ਲੋਕਾਂ ਨੂੰ ਦਬਾਉਣਾ, ਆਪਣੇ ਹੰਕਾਰ ਦੇ ਵਿੱਚ ਲੋਕਾਂ ਨੂੰ ਡਰਾਉਣਾ, ਇਸ ਤਰ੍ਹਾਂ ਦੇ ਕਰਮ ਜਿਹੜੇ ਆ ਉਹ ਜਗ ਦੇ ਵਿੱਚ ਵਾਦ ਵਿਵਾਦ ਵਾਲੇ ਬੰਦੇ ਜਿਹੜੇ ਆ ਇਹ ਕਰਦੇ ਰਹਿੰਦੇ ਆ। ਤੇ ਫਿਰ ਗੁਰੂ ਸਾਹਿਬ ਕਹਿੰਦੇ ਆ, ਝੂਰ ਮਰੈ ਦੇਖੈ ਪਰਮਾਦ, ਝੂਰ ਝੂਰ ਕੇ ਉਹ ਰੂਹ ਜਿਹੜੀ ਹੈ ਮਰ ਜਾਂਦੀ ਹੈ, ਮਰਦੀ ਹੈ, ਦਿਨ ਨਿਤ ਰੋਜ਼ ਮਰਦੀ ਰਹਿੰਦੀ ਹੈ, ਅੱਜ ਮਰ ਗਈ ਕੱਲ ਹੋਰ ਮਰ ਗਈ, ਕੱਲ ਹੋਰ ਮਰ ਗਈ। ਜਦੋਂ ਉਸਦੇ ਕੋਲੇ ਪਰਮਾਤਮਾ ਦਾ ਨਾਮ ਨਹੀਂ ਹੁੰਦਾ ਇਹ ਰੂਹ ਦਿਨ 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 ਮਰਦੀ ਰਹਿੰਦੀ ਹੈ।
ਤੇ ਜੇ ਕਿਤੇ ਪ੍ਰਮਾਤਮਾ ਦੀ ਕਿਰਪਾ ਹੋਵੇ ਤੇ ਉਹ ਪਰਮ ਪਿਤਾ ਪਰਮਾਤਮਾ ਦਾ ਜਿਹੜਾ ਜਸ ਹੈ, ਖੁਸ਼ੀ ਹੈ, ਉਸ ਨੂੰ ਪ੍ਰਾਪਤ ਕਰ ਸਕਦੀ ਹੈ, ਉਸ ਨੂੰ ਦੇਖ ਸਕਦੀ ਹੈ। ਪਰ ਗੁਰੂ ਸਾਹਿਬ ਕਹਿੰਦੇ ਜਨਮ ਮੂਏ ਨਹੀਂ ਜੀਵਨ ਆਸਾ। ਇਹ ਸੰਸਾਰ ਦੇ ਲੋਕ ਜਿੰਨੇ ਵੀ ਆ ਇਹ ਕਰਮ ਕਰਦੇ ਹੋਏ ਨਾ ਜਨਮ ਦੇ ਵਿੱਚ ਮੂਏ ਹੋ ਜਾਂਦੇ ਆ, ਮਰ ਜਾਂਦੇ ਆ। ਭਾਵ ਕਿ ਪ੍ਰਮਾਤਮਾ ਦਾ ਨਾਮ ਨਹੀਂ ਸਿਮਰਨ ਕਰਦੇ, ਸੰਸਾਰ ਦੀਆਂ ਗੱਲਾਂ ਕਰਦੇ ਹੋਏ ਝੱਖ ਮਾਰਦੇ ਰਹਿੰਦੇ ਆ, ਵਾਦ ਕਰਦੇ ਰਹਿੰਦੇ ਆ, ਲੜਾਈਆਂ ਕਰਦੇ ਰਹਿੰਦੇ ਆ, ਕਦੇ ਗੁੱਸੇ ਕਰਦੇ ਆ, ਕੋਈ ਗਿਲੇ ਕਰਦੇ ਆ, ਕੋਈ ਕਿਸੇ ਪਰਿਵਾਰ ਦੇ ਵਿੱਚ ਕਿਵੇਂ ਕੋਈ ਸੰਤਾਪ, ਕੋਈ ਰੋਗ ਪੈਦਾ ਹੋਏ ਰਹਿੰਦੇ ਆ। ਤੇ ਗੁਰੂ ਸਾਹਿਬ ਕਹਿੰਦੇ ਵੀ ਇਸ ਤਰ੍ਹਾਂ ਦੇ ਨਾਲ ਇਹ ਜਨਮ ਦੇ ਵਿੱਚ ਜਿਹੜੀ ਹੈ ਇਹ ਰੂਹ ਸਾਡੀ ਜਿਹੜੀ ਹੈ ਨਾ ਮ੍ਰਿਤ ਹੋ ਜਾਂਦੀ ਹੈ, ਜੀਵਤ ਨਹੀਂ ਰਹਿੰਦੀ। ਇਹ ਬੰਦਾ ਭਾਵੇਂ ਤੁਰਿਆ ਫਿਰਦਾ ਹੈ ਪਰ ਰੂਹ ਸਾਡੀ ਮ੍ਰਿਤ ਹੋ ਜਾਂਦੀ ਹੈ। ਤੇ ਗੁਰੂ ਸਾਹਿਬ ਕਹਿੰਦੇ ਆ ਨਹੀਂ ਜੀਵਨ ਆਸਾ, ਜੀਵਨ ਦੀ ਕੋਈ ਆਸਾ ਨਹੀਂ ਹੈ, ਕਿਉਂਕਿ ਇਹਨਾਂ ਨੇ ਪ੍ਰਮਾਤਮਾ ਦਾ ਨਾਮ ਹੀ ਨਹੀਂ ਸਿਮਰਿਆ, ਪ੍ਰਮਾਤਮਾ ਤੋਂ ਨਾਮ ਹੀ ਨਹੀਂ ਲਿਆ, ਪ੍ਰਮਾਤਮਾ ਨੂੰ ਇਹਨੂੰ ਚੇਤੇ ਨਹੀਂ ਹੈ ਵੀ ਪ੍ਰਮਾਤਮਾ ਵੀ ਕੁਛ ਹੈ, ਵਾਹਿਗੁਰੂ ਵੀ ਕੁਛ ਹੈ। ਤੇ ਇਸ ਤਰ੍ਹਾਂ ਦੇ ਨਾਲ ਸੰਸਾਰੀ ਕਰਮ ਕਰਦੇ ਹੋਏ ਮ੍ਰਿਤ ਰੂਹ ਬਣ ਜਾਂਦੇ ਆ। ਅੱਗੇ ਗੁਰੂ ਸਾਹਿਬ ਕਹਿੰਦੇ ਆਏ ਚਲੇ ਭਏ ਆਸ ਨਿਰਾਸਾ। ਇਹ ਰੂਹਾਂ ਐਸੇ ਲੋਕ ਜਿਹੜੇ ਆ ਨਾ ਸੰਸਾਰੀ ਮਨਮੱਤ ਦੇ ਕਰਮ ਕਰਦੇ ਆ, ਜਿਹੜੇ ਕਹਿੰਦੇ ਵੀ ਉਹ ਆਏ ਸੰਸਾਰ ਦੇ ਵਿੱਚ ਆਏ, ਸੰਸਾਰ ਦੇ ਵਿੱਚ ਕੁਛ ਦਿਨ ਰਹੇ। ਗੁਰਬਾਣੀ ਤਾਂ ਕਹਿੰਦੀ ਹੈ ਕਿ ਜੀਵਨ ਸਾਡਾ ਜਿਹੜਾ ਇੱਕ ਰਾਤ ਹੈ ਸੰਸਾਰ ਦੇ ਵਿੱਚ, ਭਾਵੇਂ ਅਸੀਂ 60 ਸਾਲ ਗੁਜ਼ਾਰਦੇ ਹਾਂ, ਭਾਵੇਂ ਅਸੀਂ 80 ਸਾਲ ਗੁਜ਼ਾਰਦੇ ਹਾਂ, ਭਾਵੇਂ ਅਸੀਂ 50 ਸਾਲ ਗੁਜ਼ਾਰਦੇ ਹਾਂ, ਪਰ ਇੱਕ ਰਾਤ ਹੈ, ਫਿਰ ਜਾਣਾ ਪੈਂਦਾ, ਫਿਰ ਜਾਂਦੇ ਹੈ। ਫਿਰ ਗੁਰੂ ਸਾਹਿਬ ਕਹਿੰਦੇ ਆ ਭਏ ਆਸ ਨਿਰਾਸਾ। ਇਹ ਇਸ ਤਰ੍ਹਾਂ ਦੇ ਨਾਲ ਸੰਸਾਰ ਦੇ ਵਿੱਚੋਂ ਜਾਂਦੇ ਆ ਕਿ ਉਹ ਆਸ ਤੋਂ ਨਿਰਾਸੇ ਹੋ ਕੇ, ਮਤਲਬ ਮਤਲਬ ਕਰਮੇ ਹੋ ਕੇ, ਨਕਰਮੇ ਹੋ ਕੇ, ਕੋਈ ਇਹਨਾਂ ਦਾ ਕਰਮ ਸੱਤ ਤਾਂ ਨਹੀਂ ਹੁੰਦਾਗਾ। ਇਹ ਆਸ ਨਿਰਾਸੇ ਹੋ ਕੇ ਮਤਲਬ ਇਸ ਸੰਸਾਰ ਤੋਂ ਚਲੇ ਜਾਂਦੇ ਆ। ਝੁਰ ਝੁਰ ਝੱਖ ਮਾਟੀ ਰਲ ਜਾਏ। ਤੇ ਇਸ ਤਰ੍ਹਾਂ ਦੇ ਨਾਲ ਇਹ ਸੰਸਾਰ ਦੇ ਕਰਮਾਂ ਦੇ ਵਿੱਚ ਝੁਰਦੇ ਹੋਏ, ਚਿੰਤਾ ਕਰਦੇ ਹੋਏ, ਅੱਜ ਚਿੰਤਾ ਕਰ ਰਹੇ ਹੈ ਕਿਸ ਚੀਜ਼ ਦੀ? ਹਾਏ ਮੇਰੇ ਕੋਲ ਫਲਾਨੀ ਚੀਜ਼ ਹੈ ਨਹੀਂ, ਰੱਬਾ ਮੈਨੂੰ ਦੇ ਦੀ। ਹਾਏ ਮੇਰਾ ਪੁੱਤ ਫਲਾਨਾ ਕੰਮ ਨਹੀਂ ਲੱਗਿਆ, ਸੱਚੇ ਪਾਤਸ਼ਾਹ ਮੈਨੂੰ ਦੇ ਦੀ। ਤੇ ਚਿੰਤਾ ਕਰਦੇ ਆ ਜਿਸ ਕੋਲੇ ਹੈ, ਜੇ ਕੋਈ ਕਰੋੜ ਰੁਪਈਆ ਹੈ, ਕੋਈ ਪਦਾਰਥ ਹੈ, ਕੋਈ ਆਉਣ ਜਾਣ ਦੇ ਸਾਧਨ ਹੈ, ਤੇ ਉਹਨੂੰ ਇਹ ਫਿਕਰ ਰੰਗੇ ਮੇਰੇ ਸੱਚੇ ਪਾਤਸ਼ਾਹ ਕਿਤੇ ਮੇਰੇ ਕੋਲ ਚਲਾ ਨਾ ਜਾਵੇ। ਇਸ ਦੇ ਵਿੱਚ ਹੀ ਜਾਂ ਤਾਂ ਚਿੰਤਾ ਬੰਦਾ ਅੱਜ ਦੀ ਕਰਦਾ, ਕੱਲ੍ਹ ਦੀ ਕਰਦਾ, ਜੋ ਬੀਤ ਗਿਆ, ਚੰਗਾ ਸਮਾਂ ਬੀਤ ਗਿਆ, ਉਸ ਨੂੰ ਯਾਦ ਕਰਕੇ ਚਿੰਤਾ ਕਰਦਾ, ਓਹੋ ਫਲਾਣੇ ਵੇਲੇ ਆਏ ਸੀ, ਹੁਣ ਉਹ ਸਾਡੇ ਕੋਲੇ ਨਹੀਂ ਹੈ। ਤੇ ਜਾਂ ਅਗਲੇ ਸਮੇਂ ਦੀ ਚਿੰਤਾ ਕਰਦਾ, ਸੱਚੇ ਪਾਤਸ਼ਾਹ ਸਾਨੂੰ ਫਲਾਨਾ ਜਿਹੜਾ ਚੱਕਰ ਨਾ ਪੈ ਜਾਵੇ, ਸਾਡਾ ਫਲਾਨਾ ਨੁਕਸਾਨ ਨਾ ਹੋ ਜਾਵੇ, ਸਾਡੇ ਕੋਲੇ ਜਿਹੜੀਆਂ ਪਦਾਰਥਾਂ ਹੈ ਉਹ ਕਿਤੇ ਚਲੀਆਂ ਨਾ ਜਾਣ। ਇਸ ਚਿੰਤਾ ਦੇ ਵਿੱਚ ਹੀ ਇਹ ਬੰਦਾ ਜਿਹੜਾ ਜੀਵਨ ਗਵਾ ਦਿੰਦਾ ਹੈ। ਤੇ ਫਿਰ ਗੁਰੂ ਸਾਹਿਬ ਕਹਿੰਦੇ ਆ ਮਾਟੀ ਰਲ ਜਾਏ। ਇਹ ਜੀਵਨ ਦੇ ਵਿੱਚ ਇਸ ਤਰ੍ਹਾਂ ਜਿਉਂਦਾ ਹੋਇਆ ਅਖੀਰ ਮ੍ਰਿਤੂ ਨੂੰ ਪ੍ਰਾਪਤ ਹੋ ਕੇ ਸ਼ਮਸ਼ਾਨ ਭੂਮੀ ਦੇ ਵਿੱਚ ਮਿੱਟੀ ਹੋ ਕੇ ਕਬਰ ਦੇ ਵਿੱਚ ਮਿੱਟੀ ਬਣ ਜਾਂਦਾ ਹੈ। ਕਬਰਾਂ ਦੇ ਵਿੱਚ ਇਹ ਮਿੱਟੀ ਦਾ ਰੂਪ ਧਾਰਨ ਕਰ ਲੈਂਦਾ। ਗੁਰੂ ਸਾਹਿਬ ਇਹ ਬਖਸ਼ਿਸ਼ ਕਰਦੇ ਆ ਕਾਲ ਨ ਚਾਂਪੇ ਹਰ ਗੁਣ ਗਾਏ। ਕਾਲ ਨੂੰ ਬਿੰਨਦਾ ਨਹੀਂ ਹੈ, ਚਾਂਪਣਾ ਮਤਲਬ ਤੀਰ ਚੁਭਾਉਣਾ। ਕਾਲ ਨੂੰ ਪਰੇ ਨਹੀਂ ਕਰਦਾ, ਦੂਰ ਨਹੀਂ ਕਰਦਾ ਆਪਣੇ ਸਰੀਰ ਤੋਂ। ਇਹ ਸੰਸਾਰ ਦੇ ਕਰਮ ਕਰਦਾ ਹੋਇਆ, ਆਪਣੀ ਮਨਮਰਜ਼ੀ ਦੇ ਮਾਇਆ ਦੇ ਕਰਮ ਕਰਦਾ ਹੋਇਆ, ਵਾਦ ਵਿਵਾਦ ਕਰਦਾ ਹੋਇਆ, ਝੱਖ ਮਾਰਦਾ ਹੋਇਆ ਬੋਲੀ ਜਾਂਦਾ। ਪਰਮਾਤਮਾ ਦਾ ਨਾਮ ਤਾਂ ਹੈ ਨਹੀਂ, ਊਲ ਜਲੂਲ ਬੋਲੀ ਜਾਂਦਾ। ਜੋ ਸੰਸਾਰ ਦੀਆਂ ਗੱਲਾਂ ਉਹਦੇ ਮੂੰਹ 'ਚ ਆਉਂਦੀਆਂ ਉਹੀ ਬੋਲੀ ਜਾਂਦਾ। ਗੁਰਦੁਆਰੇ ਬੈਠ ਕੇ ਵੀ ਕਈ ਵਾਰੀ ਅਸੀਂ ਇਹੀ ਗੱਲਾਂ ਛੇੜ ਲੈਂਦੇ, ਗੁਰੂ ਦਾ ਨਾਮ ਸਾਨੂੰ ਚੇਤੇ ਹੀ ਨਹੀਂ ਹੁੰਦਾ। ਤੇ ਗੁਰੂ ਸਾਹਿਬ ਕਹਿੰਦੇ ਆ ਭਾਈ ਇਸ ਤਰ੍ਹਾਂ ਨਾਲ ਜਿਹੜਾ ਹੈ ਨਾ ਉਹ ਜਿਹੜਾ ਕਾਲ ਨੂੰ ਵੀ ਚਾਂਪਦਾ ਨਹੀਂ ਹੈ, ਮਤਲਬ ਕਾਲ ਨੂੰ ਦੂਰ ਨਹੀਂ ਭਜਾਉਂਦਾ ਆਪਣੇ ਤੋਂ। ਤੇ ਭਜਾਉਣਾ ਕਿਵੇਂ ਆ? ਗੁਰੂ ਸਾਹਿਬ ਕਹਿੰਦੇ ਜੇ ਉਹ ਪ੍ਰਮਾਤਮਾ ਦੇ ਗੁਣ ਗਾਵੇ ਤੇ ਫਿਰ ਕਾਲ ਇਸ ਤੋਂ ਦੂਰ ਹੋ ਜਾਵੇ, ਮ੍ਰਿਤੂ ਇਸ ਤੋਂ ਦੂਰ ਹੋ ਜਾਵੇ, ਫਿਰ ਦੁੱਖ ਕਲੇਸ਼ ਜਿਹੜੇ ਆ ਇਸ ਤੋਂ ਦੂਰ ਹੋ ਜਾਣ। ਪਰ ਗੁਰੂ ਸਾਹਿਬ ਕਹਿੰਦੇ ਆ ਵੀ ਇਹ ਪ੍ਰਮਾਤਮਾ ਦਾ ਗੁਣ ਨਹੀਂ ਗਾਉਂਦਾ। ਅੱਗੇ ਗੁਰੂ ਸਾਹਿਬ ਬਖਸ਼ਿਸ਼ ਕਰਦੇ ਆ ਗੁਰ ਕਾ ਪਾਈ ਨਵਨਿਧ ਹਰਿ ਕੈ ਨਾਏ, ਆਪ ਦੇਵੈ ਸਹਿਜ ਸੁਪਾਏ। ਤੇ ਜੇ ਕਿਤੇ ਕਿਸੇ ਗੁਰਮੁਖ ਰੂਹ ਨੇ ਪਰਮਾਤਮਾ ਦਾ ਨਾਮ ਗੁਰੂ ਤੋਂ ਲੈ ਕੇ ਸਿਮਰਨ ਕਰਨਾ ਸ਼ੁਰੂ ਕਰ ਦਿੱਤਾ, ਨਾਮ ਦੇ ਉੱਤੇ ਸ਼ਰਧਾ ਧਰ ਲਈ, ਪਰਮਾਤਮਾ ਦੇ ਨਾਮ ਤੇ ਟੇਕ ਧਰ ਲਈ, ਪਰਮਾਤਮਾ ਦਾ ਓਟ ਆਸਰਾ ਲੈ ਲਿਆ, ਹਰ ਸਮੇਂ ਆਪਣੇ ਆਪ ਨੂੰ ਗੁਣਾਂ ਦਾ ਅਧਿਕਾਰੀ ਸਮਝਦਾ ਹੈ। ਤੇ ਇਸ ਤਰ੍ਹਾਂ ਦੇ ਨਾਲ ਗੁਰੂ ਸਾਹਿਬ ਇਹ ਕਹਿੰਦੇ ਆ ਵੀ ਉਹ ਗੁਣ ਇਕੱਠੇ ਕਰਦਾ ਹੋਇਆ ਜਿਹੜਾ ਹੈ ਨਾ 9 ਨਿਧਾਂ ਦੀ ਪ੍ਰਾਪਤੀ
ਕਰ ਲੈਂਦਾ ਹੈ, ਭੰਡਾਰਿਆਂ ਦੀ ਪ੍ਰਾਪਤੀ ਕਰ ਲੈਂਦਾ ਹੈ, ਪਰਮਾਤਮਾ ਦੇ ਸੁੱਖਾਂ ਦੀ ਪ੍ਰਾਪਤੀ ਕਰ ਲੈਂਦਾ ਹੈ, ਖਜ਼ਾਨਿਆਂ ਦੀ ਪ੍ਰਾਪਤੀ ਕਰ ਲੈਂਦਾ ਹੈ। ਇਹ ਗੁਰੂ ਸਾਹਿਬ ਕਹਿੰਦੇ ਵੀ ਹੁੰਦਾ ਕਿਵੇਂ ਹੈ? ਹਰ ਕੇ ਨਾਏ, ਪਰਮਾਤਮਾ ਦਾ ਨਾਮ ਜਦੋਂ ਰੂਹ ਸਿਮਰਦੀ ਹੈ ਉਦੋਂ ਇਹ ਸਾਰੇ ਕਰਮ ਜਿਹੜੇ ਆ ਉਸ ਦੇ ਹੋ ਜਾਂਦੇ ਆ। ਤੋ ਸਾਧ ਸੰਗਤ ਜੀ, ਇਸ ਤਰ੍ਹਾਂ ਦੇ ਨਾਲ ਗੁਰੂ ਸਾਹਿਬ ਸਾਨੂੰ ਹੁਣ ਸਮਝਾਉਂਦੇ ਹੈ, ਆਪੇ ਦੇਵੈ ਸਹਿਜ ਸੁਭਾਏ। ਇਹ ਸਾਰੀਆਂ ਖੁਸ਼ੀਆਂ ਜਿਹੜੀਆਂ ਨਾ ਗੁਰੂ ਦੀ ਕਿਰਪਾ ਨਾਲ ਆਪਣੇ ਆਪ ਪ੍ਰਾਪਤ ਹੋ ਜਾਂਦੀਆਂ। ਨੌ ਨਿਧਾਂ ਦੇ ਖਜ਼ਾਨੇ, ਭੰਡਾਰੇ, ਸੁੱਖਾਂ ਦੀ ਪ੍ਰਾਪਤੀ, ਖੁਸ਼ੀਆਂ ਦੀ ਪ੍ਰਾਪਤੀ, ਹਰ ਵਸਤਾਂ ਦੀ ਪ੍ਰਾਪਤੀ, ਗੁਣਾਂ ਦੀ ਪ੍ਰਾਪਤੀ। ਇਹ ਗੁਰੂ ਸਾਹਿਬ ਕਹਿੰਦੇ ਆ ਵੀ ਹੁੰਦਾ ਆਪੇ ਦੇਵੇ ਸਹਿਜ ਸੁਭਾਏ। ਜਦੋਂ ਗੁਰਮੁਖ ਰੂਹ ਪ੍ਰਮਾਤਮਾ ਦਾ ਨਾਮ ਲੈ ਕੇ ਸਿਮਰਨ ਕਰਦੀ ਹੈ ਉਦੋਂ ਪ੍ਰਮਾਤਮਾ ਉਸ 'ਤੇ ਖੁਸ਼ ਹੋ ਕੇ ਉਸ ਨੂੰ ਇਹ ਭੰਡਾਰੇ, ਇਹ ਵਸਤਾਂ, ਪਦਾਰਥ ਜਿਹੜਾ ਹੈ, ਖੁਸ਼ੀਆਂ ਜਿਹੜੀਆਂ ਹੈ, ਆਨੰਦ ਜਿਹੜਾ ਹੈ ਉਹ ਆਪਣੇ ਆਪ ਦੇ ਦਿੰਦਾ ਹੈ, ਆਪਣੇ ਆਪ ਬਖਸ਼ਿਸ਼ ਕਰ ਦਿੰਦਾ। ਸਹਿਜ ਸੁਭਾਅ ਦੇ ਵਿੱਚ ਹੀ ਰੂਹ ਨੂੰ ਪਤਾ ਵੀ ਨਹੀਂ ਲੱਗਦਾ, ਬੰਦੇ ਨੂੰ ਪਤਾ ਵੀ ਨਹੀਂ ਲੱਗਦਾ ਕਿ ਮੈਨੂੰ ਪ੍ਰਮਾਤਮਾ ਦੀ ਕਿਰਪਾ ਕਦੋਂ ਹੋ ਗਈ ਹੈ। ਹੁਣ ਅੱਗੇ ਗੁਰੂ ਸਾਹਿਬ ਬਖਸ਼ਿਸ਼ ਕਰਦੇ ਹੈ, ਆਨੋ ਬੋਲੇ ਆਪੇ ਬੂਝੈ, ਆਪੇ ਸਮਝੈ ਆਪੇ ਸੂਝੈ, ਗੁਰ ਕਾ ਕਹਿਆ ਅੰਕ ਸਮਾਵੈ, ਨਿਰਮਲ ਸੂਚੇ ਸਾਚੋ ਭਾਵੈ, ਗੁਰ ਸਾਗਰ ਰਤਨੀ ਨਹੀਂ ਤੋਟ, ਲਾਲ ਪਦਾਰਥ ਸਾਚ ਅਖੋਟ। ਗੁਰ ਕਹਿਆ ਸਾਕਾਰ ਕਮਾਵੋ, ਗੁਰ ਕੀ ਕਰਨੀ ਕਾਹੇ ਤਾਵੋ, ਨਾਨਕ ਗੁਰਮੁਤ ਸਾਚ ਸਮਾਵੋ, ਨਾਨਕ ਗੁਰਮੁਤ ਸਾਚ ਸਮਾਵੋ। ਗੁਰੂ ਸਾਹਿਬ ਬਖਸ਼ਿਸ਼ ਕਰਦੇ ਆ, ਭਾਈ ਗੁਰਮੁਖ ਪਿਆਰਿਓ, ਇਆਨੋ ਬੋਲੇ ਆਪੇ ਬੂਝੈ। ਇਆਣਾ ਕਹਿੰਦੇ ਆ, ਵੈਸੇ ਤਾਂ ਬੱਚੇ ਨੂੰ ਕਹਿੰਦੇ ਆ, ਪਰ ਗੁਰਬਾਣੀ ਦੇ ਮੁਤਾਬਕ ਇਆਣਾ ਉਹ ਹੈ ਕਿ ਜਿਹਨੂੰ ਗੁਰੂ ਦਾ ਗਿਆਨ ਨਹੀਂ ਹੈ, ਜਿਹੜਾ ਮਨਮੁਖ ਹੈ, ਗੁਰਮੁਖ ਤੋਂ ਬਾਹਰ ਹੀ ਹੈ, ਸੰਸਾਰੀ ਬੰਦਾ ਹੈ, ਪੁੱਤਰਾਂ ਧੀਆਂ ਦੇ ਪਾਲਣ ਪੋਸ਼ਣ ਦੇ ਵਿੱਚ ਲੱਗਿਆ ਹੋਇਆ ਹੈ, ਆਪਣੇ ਕੁਟੁੰਬ ਨੂੰ ਹੋਰ ਧਨ ਇਕੱਠਾ ਕਰਨ ਦੇ ਵਿੱਚ ਲੱਗਿਆ ਹੋਇਆ, ਪਾਪ ਕਰਮ ਵੀ ਕਰਦਾ ਪਰ ਧਨ ਇਕੱਠਾ ਕਰਕੇ ਪੁੱਤਰਾਂ ਧੀਆਂ ਨੂੰ ਲਿਆ ਕੇ ਦੇ ਦਿੰਦਾ ਹੈ। ਅਤੇ ਇਹ ਬੰਦਾ ਇਆਣਾ ਗਿਣਿਆ ਜਾਂਦਾ ਹੈ, ਕਿਉਂਕਿ ਪ੍ਰਮਾਤਮਾ ਦਾ ਨਾਮ ਸਿਮਰਨ ਨਹੀਂ ਕੀਤਾ, ਇਹਨੂੰ ਪ੍ਰਮਾਤਮਾ ਦਾ ਗਿਆਨ ਨਹੀਂ ਹੁੰਦਾ ਗਾ। ਅਤੇ ਪ੍ਰਮਾਤਮਾ ਦਾ ਗਿਆਨ ਹੀ ਸ੍ਰੇਸ਼ਟ ਹੈ ਸੰਸਾਰ ਦੇ ਵਿੱਚ, ਇਸ ਕਰਕੇ ਇਸ ਨੂੰ ਇਆਣਾ ਗਿਣਿਆ ਜਾਂਦਾ ਹੈ। ਅਤੇ ਗੁਰੂ ਸਾਹਿਬ ਕਹਿੰਦੇ ਵੀ ਜਦੋਂ ਇਹ ਇਆਣਾ ਬੋਲਦਾ ਹੈ ਨਾ, ਅਤੇ ਆਪਣੀ ਗੱਲ ਨੂੰ ਆਪ ਤਾਂ ਬੁੱਝ ਲੈਂਦਾ, ਆਪ ਆਪਣੇ ਤਰੀਕੇ ਨਾਲ ਕਰੀ ਜਾਂਦਾ ਹੈ, ਆਪ ਉਹਨੂੰ ਪਤਾ ਮੈਂ ਕਿ ਪਤਾ ਨਹੀਂ ਕੀ ਕਿਹਾ ਹੈ, ਮੈਂ ਪਤਾ ਨਹੀਂ ਕੀ ਕਿਹਾ ਹੈ, ਮਤਲਬ ਉਹ ਬੁੱਝ ਲੈਂਦਾ। ਪਰ ਦੂਜੇ ਬੰਦੇ ਨੂੰ ਜਿਹੜਾ ਕੋਈ ਗਿਆਨ ਨਹੀਂ ਹੁੰਦਾ, ਅਤੇ ਗੁਰੂ ਸਾਹਿਬ ਕਹਿੰਦੇ ਆ ਆਪੇ ਸਮਝੈ ਆਪੇ ਸੂਝੈ। ਆਪ ਹੀ ਉਹ ਇਸ ਆਪਣੀ ਗੱਲ ਨੂੰ ਸਮਝਦਾ ਹੈ, ਆਪ ਹੀ ਸੂਝਦਾ ਹੈ, ਆਪ ਹੀ ਕਰਦਾ ਗੱਲਾਂ। ਪਰ ਗੁਰੂ ਸਾਹਿਬ ਕਹਿੰਦੇ ਆ ਗੁਰ ਕਾ ਕਹਿਆ ਅੰਕ ਸਮਾਵੈ। ਜੇ ਰੂਹ ਗੁਰਮੁਖ ਪਿਆਰੀ ਰੂਹ ਜਿਹੜੀ ਹੈ ਨਾ, ਗੁਰੂ ਦਾ ਕਹਿਆ ਹੋਇਆ, ਗੁਰੂ ਦੀ ਮੱਤ ਨੂੰ ਮੰਨ ਲਵੇ। ਗੁਰਬਾਣੀ ਹੁਣ ਸਾਨੂੰ ਕਹਿੰਦੀ ਹੈ ਭਾਈ ਆਹ ਕਰਮ ਕਰੋ, ਆਹ ਨਾ ਕਰੋ, ਆਹ ਗੁਣ ਧਾਰਨ ਕਰੋ, ਪਾਪ ਕਰਮਾਂ ਤੋਂ ਬਚੋ, ਕਲੇਸ਼ ਮਿਟ ਜਾਣਗੇ, ਸੁੱਖ ਆ ਜਾਣਗੇ, ਆਨੰਦ ਦੀ ਪ੍ਰਾਪਤੀ ਹੋ ਜਾਏਗੀ। ਗੁਰੂ ਸਾਹਿਬ ਜੋ ਕਹਿੰਦੇ ਆ, ਗੁਰੂ ਸਾਹਿਬ ਕਹਿੰਦੇ ਵੀ ਗੁਰ ਕਾ ਕਹਿਆ ਅੰਕ ਸਮਾਵੇ, ਆਪਣੇ ਅੰਦਰ ਸਮਾ ਲਵੇ। ਅੰਕ ਭਾਵ ਹਿਰਦੇ ਦੇ ਵਿੱਚ, ਅੰਗ ਦੇ ਵਿੱਚ ਭਾਵ ਸਰੀਰ ਦੇ ਵਿੱਚ, ਅੰਤਰ ਹਿਰਦਾ ਜਿਹੜਾ ਉਸ ਦੇ ਵਿੱਚ ਸਮਾ ਲਵੇ। ਅਤੇ ਗੁਰੂ ਸਾਹਿਬ ਕਹਿੰਦੇ ਆ ਨਿਰਮਲ ਸੂਚੇ ਸਾਚੋ ਭਾਵੈ। ਫਿਰ ਉਹ ਰੂਹ ਜਿਹੜੀ ਹੈ ਨਿਰਮਲ ਹੋ ਕੇ ਸੁੱਚੇ ਪਰਮ ਪਿਤਾ ਪਰਮਾਤਮਾ ਨੂੰ, ਪਰਮਾਤਮਾ ਦੀ ਤਰ੍ਹਾਂ ਨਿਰਮਲ ਹੋ ਕੇ ਸਾਚੇ ਨੂੰ ਭਾਵਨਾ ਸ਼ੁਰੂ ਕਰ ਦਿੰਦੀ ਹੈ। ਭਾਵ ਉਸ ਨੂੰ ਪਰਮ ਪਿਤਾ ਪਰਮਾਤਮਾ ਜਿਹੜਾ ਹੈ ਉਹ ਪਿਆਰਾ ਲੱਗਣ ਲੱਗ ਜਾਂਦਾ ਹੈ, ਰੱਬ ਉਹਨੂੰ ਪਿਆਰਾ ਲੱਗਣ ਲੱਗ ਜਾਂਦਾ ਹੈ। ਵਾਹਿਗੁਰੂ ਵਾਹਿਗੁਰੂ ਉਹ ਨਾਮ ਸਿਮਰਨ ਕਰਦੇ ਹੋ, ਹਮੇਸ਼ਾ ਪਰਮਾਤਮਾ ਦੇ ਚਰਨਾਂ ਦੇ ਵਿੱਚ ਰਹਿੰਦੀ ਹੈ। ਤੋ ਇਸ ਤਰ੍ਹਾਂ ਦੇ ਨਾਲ ਗੁਰੂ ਸਾਹਿਬ ਕਹਿੰਦੇ ਆ ਨਾਨਕ ਗੁਰ ਕਾ ਕਹਿਆ ਨਿਰਮਲ ਸੂਚੇ ਸਾਚੋ ਪਾਵੈ, ਗੁਰ ਸਾਗਰ ਰਤਨੀ ਨਹੀਂ ਤੋਟ, ਲਾਲ ਪਦਾਰਥ ਸਾਚ ਅਖੋਟ। ਕਹਿੰਦੇ ਆ ਵੀ ਗੁਰੂ ਦੇ ਸਾਗਰ ਦੇ ਵਿੱਚ, ਭਾਵ ਉਹ ਪਰਮ ਪਿਤਾ ਪਰਮਾਤਮਾ ਸਾਰੀ ਸ੍ਰਿਸ਼ਟੀ ਦਾ ਗੁਰੂ ਹੈ, ਅਤੇ ਉਹਦੇ ਸਾਗਰ ਦੇ ਵਿੱਚ, ਉਹਦੇ ਭੰਡਾਰਿਆਂ ਦੇ ਵਿੱਚ ਕਹਿੰਦੇ ਵੀ ਰਤਨਾਂ ਦੀ ਕੋਈ ਤੋਟ ਨਹੀਂ ਹੈ। ਹੀਰੇ ਮੋਤੀ ਜਵਾਹਰਾਤ ਜਿਹੜੇ ਹੈ ਉਸ ਦੇ ਭੰਡਾਰਿਆਂ ਦੇ ਵਿੱਚ ਕੋਈ ਤੋਟ ਨਹੀਂ ਹੈ। ਬੜੇ ਅਨੇਕ ਹੀਰੇ ਮੋਤੀ ਉਸ ਦੇ ਭੰਡਾਰਿਆਂ ਦੇ ਵਿੱਚ ਹੈ, ਸਾਗਰ ਦੇ ਵਿੱਚ ਹੈ।
ਲਾਲ ਪਦਾਰਥ, ਲਾਲ ਹੀਰੇ ਲਾਲ ਮੋਤੀ ਪਦਾਰਥ ਜਿਹੜੇ ਹੈ, ਤੇ ਗੁਰੂ ਸਾਹਿਬ ਕਹਿੰਦੇ ਆ ਸਾਚ, ਸੱਚ ਦਾ ਨਾਮ ਦਾ ਹੀਰਾ ਜਿਹੜਾ ਹੈ ਉਹ ਵੀ ਜਿਹੜਾ ਹੈ ਉਹ ਅਖੋਟ, ਕੋਈ ਖੋਟ ਤੋਂ ਰਹਿਤ, ਸਭ ਖੋਟਾਂ ਤੋਂ ਰਹਿਤ ਅਖੋਟ ਰੂਪ ਪਰਮਾਤਮਾ ਦਾ ਨਾਮ ਜਿਹੜਾ ਹੈ, ਪਦਾਰਥ ਜਿਹੜੇ ਹੈ ਫਿਰ ਉਸ ਦੇ ਖਜ਼ਾਨੇ ਦੇ ਵਿੱਚ ਵਾਧੂ ਹੈ। ਜੇ ਕਿਤੇ ਪਰਮਾਤਮਾ ਦਾ ਨਾਮ ਸਿਮਰਨ ਕਰਕੇ ਅਸੀਂ ਪਰਮਾਤਮਾ ਨੂੰ ਕਿਰਪਾ ਮੰਗ ਲਈਏ ਔਰ ਕਿਰਪਾ ਹੋ ਜਾਵੇ ਸਾਡੇ 'ਤੇ, ਤੇ ਫਿਰ ਪਰਮਾਤਮਾ ਦੀ ਕਿਰਪਾ ਹੁੰਦੀ ਹੈ ਕਿ ਉਹ ਬੰਦਾ ਜਿਹੜਾ ਆਨੰਦਿਤ ਹੋ ਜਾਂਦਾ ਹੈ, ਸੁੱਖਾਂ ਵਾਲਾ ਹੋ ਜਾਂਦਾ ਹੈ। ਅੱਗੇ ਗੁਰੂ ਸਾਹਿਬ ਕਹਿੰਦੇ ਹੈ, ਗੁਰ ਕਾ ਕਹਿਆ ਸਾਕਾਰ ਕਮਾਵੋ। ਗੁਰ ਜੋ ਕਹਿ ਰਿਹਾ ਹੈ ਉਹ ਕਾਰ ਕਰੋ। ਗੁਰਮਤਿ ਦੇ ਰਿਹਾ ਸਾਨੂੰ, ਇੱਕ ਰਸਤਾ ਦੱਸ ਰਿਹਾ, ਸੱਚ ਦਾ ਰਸਤਾ ਦੱਸ ਰਿਹਾ, ਜੁਗਤ ਦੱਸ ਰਿਹਾ ਕੀ ਕਰਨਾ ਭਾਈ। ਪਾਪ ਕਰਮਾਂ ਤੋਂ ਬਚੋ, ਚੰਗੇ ਕਰਮ ਕਰੋ, ਸੱਤ ਬੋਲੋ, ਕੂੜ ਛੱਡੋ, ਲੜਾਈ ਝਗੜਾ ਜਿਹੜਾ ਉਹ ਛੱਡੋ। ਤੇ ਇਸ ਤਰ੍ਹਾਂ ਦੇ ਨਾਲ ਗੁਰੂ ਸਾਹਿਬ ਸਾਨੂੰ ਸਮਝਾਉਂਦੇ ਆ ਭਾਈ, ਗੁਰ ਕਾ ਕਹਿਆ, ਗੁਰ ਦਾ ਕਹਿਆ ਸਾਕਾਰ ਕਮਾਵੋ। ਜੋ ਗੁਰੂ ਸਾਨੂੰ ਕਹਿ ਰਿਹਾ ਉਹੀ ਕਰਮ ਕਰੋ, ਸੰਸਾਰ ਆਪਣੇ ਜੀਵਨ ਦੇ ਵਿੱਚ ਉਹੀ ਕਾਰ ਕਰੋ, ਉਹੀ ਕਿਰਤ ਕਰੋ, ਉਹੀ ਚਲਨ ਕਰੋ, ਉਹੀ ਕਰਮ ਕਰੋ, ਉਹੀ ਧਰਮ ਕਰੋ ਜੋ ਗੁਰੂ ਕਹਿ ਰਿਹਾ। ਗੁਰ ਕੀ ਕਰਨੀ ਕਾਹੇ ਧਾਵੋ। ਕਹਿੰਦੇ ਵੀ ਤੁਸੀਂ ਗੁਰੂ ਦੀ ਕਰਨੀ ਵੇਖੋਗੇ, ਕਰਨੀ ਨਹੀਂ ਵੇਖਣੀ। ਕਰਨੀ ਗੁਰੂ ਜੋ ਕਰ ਰਿਹਾ ਅਸੀਂ ਉਸ ਦੀ ਰੀਸ ਨਹੀਂ ਕਰਨੀ, ਅਸੀਂ ਉਸ ਦਾ ਮੁਕਾਬਲਾ ਨਹੀਂ ਕਰ ਸਕਦੇ, ਕਿਉਂਕਿ ਉਹ ਸਤਿਗੁਰੂ ਹੈ, ਸਰਵ ਸ੍ਰੇਸ਼ਟ ਹੈ, ਪਰਮਾਤਮਾ ਦਾ ਭੇਜਿਆ ਹੋਇਆ ਸਤਿਗੁਰੂ ਰੂਪ ਹੋ ਕੇ ਇਸ ਸੰਸਾਰ ਦੇ ਉੱਤੇ ਜੀਵਾਂ ਦਾ ਭਲਾ ਕਰਨ ਵਾਸਤੇ ਆਇਆ ਹੈ। ਅਸੀਂ ਉਸ ਦੀ ਕਰਨੀ ਤੇ ਨਹੀਂ ਜਾਣਾ, ਅਸੀਂ ਉਹ ਜੋ ਸਾਨੂੰ ਕਹਿ ਰਿਹਾ, ਜੋ ਮੱਤ ਦੇ ਰਿਹਾ ਭਾਈ ਆਹ ਕਰਮ ਕਰੋ, ਜੋ ਗੁਰੂ ਗ੍ਰੰਥ ਸਾਹਿਬ ਜੀ ਗੁਰੂ ਹੈ ਸਾਡੇ ਅੱਜ, ਜੋ ਸਾਨੂੰ ਕਹਿ ਰਹੇ ਹੈ ਉਸ ਨੂੰ ਮੰਨਣਾ ਅਸੀਂ। ਤੇ ਫਿਰ ਗੁਰੂ ਸਾਹਿਬ ਕਹਿੰਦੇ ਆ, ਮੰਨੇ ਕੀ ਗਤ ਕਹੀ ਨਾ ਜਾਏ, ਜੇ ਕੋ ਕਹੇ ਪਿੱਛੇ ਪਛਤਾਏ। ਕਾਗਦ ਕਲਮ ਨਾਲ ਲਿਖਣ ਹਾਰ, ਮੰਨੇ ਕਾ ਬੈ ਕਰਮ ਵਿਚਾਰ। ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣਾ ਮਨ ਕੋਏ। ਐਸਾ ਨਾਮ ਜਿਹੜਾ ਹੈ ਨਾ, ਜਦੋਂ ਅਸੀਂ ਪਰਮਾਤਮਾ ਦੀ ਰਜ਼ਾ ਦੇ ਵਿੱਚ ਰਹਿ ਕੇ ਨਾਮ ਸਿਮਰਨ ਕਰਾਂਗੇ, ਉਦੋਂ ਉਹ ਪਰਮਾਤਮਾ ਦੀ ਕਿਰਪਾ ਹੋਏਗੀ। ਉਹ ਮਨ ਦੇ ਵਿੱਚ ਨਾਮ ਜਿਹੜਾ ਸਿਮਰਨ ਕਰਿਆ ਹੋਇਆ ਨਾ ਮੰਨ ਕੇ, ਉਹ ਪਰਮਾਤਮਾ ਦਾ ਰੂਪ ਧਾਰਨ ਕਰ ਲਏਗਾ। ਐਸਾ ਨਾਮ ਇਹ ਨਿਰੰਜਨ ਹੋ ਜਾਏਗਾ। ਅੱਗੇ ਗੁਰੂ ਸਾਹਿਬ ਬਖਸ਼ਿਸ਼ ਕਰਦੇ ਆ, ਹੁਣ ਭਾਈ ਗੁਰਮੁਖ ਪਿਆਰਿਓ, ਗੁਰ ਕੀ ਕਰਨੀ ਕਾਹੇ ਧਾਵੋ, ਨਾਨਕ ਗੁਰਮਤਿ ਸਾਚ ਸਮਾਵੋ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਇਹ ਕਹਿ ਰਹੇ ਆ ਭਾਈ, ਗੁਰੂ ਦੀ ਮੱਤ ਦੁਆਰਾ ਉਸ ਸੱਚੇ ਪਰਮ ਪਿਤਾ ਪਰਮਾਤਮਾ ਦੇ ਵਿੱਚ ਸਮਾ ਜਾਓ। ਤੁਹਾਡੀ ਰੂਹ ਜਿਹੜੀ ਹੈ ਪਰਮਾਤਮਾ ਨਾਲ ਮਿਲਣ ਕਰ ਰਹੇਗੀ, ਤੁਹਾਡੇ ਤੇ ਪਰਮਾਤਮਾ ਦੇ ਵਿੱਚ ਕੋਈ ਫਰਕ ਨਹੀਂ ਰਹੇਗਾ। ਤੁਸੀਂ ਪਰਮਾਤਮਾ ਦਾ ਸਰੂਪ ਹੋ ਜਾਓਗੇ, ਤੁਸੀਂ ਪਰਮ ਪਿਤਾ ਪਰਮਾਤਮਾ ਦੇ ਪਿਆਰੇ ਹੋ ਜਾਓਗੇ। ਪਰਮਾਤਮਾ ਤੁਹਾਨੂੰ ਹਰ ਸਮੇਂ ਹਰ ਵੇਲੇ ਆਪਣੇ ਅੰਗ ਦੇ ਵਿੱਚ, ਬੁੱਕਲ ਦੇ ਵਿੱਚ, ਆਪਣੇ ਆਸਣ ਦੇ ਉੱਤੇ, ਸੱਚਖੰਡ ਦੇ ਦੁਆਰੇ ਦੇ ਉੱਤੇ ਸਥਾਨ ਦੇਵੇਗਾ। ਉੱਥੇ ਤੁਸੀਂ ਪਰਮ ਪਿਤਾ ਪਰਮਾਤਮਾ ਦਾ ਨਾਮ ਸਿਮਰਨ ਕਰਦੇ ਹੋਏ ਪਰਮਾਤਮਾ ਦੇ ਦਰਸ਼ਨ ਕਰਦੇ ਰਹੋਗੇ। ਹੁਣ ਅੱਗੇ ਬੰਦ ਜਾਏ ਜਿਹੜਾ ਸਾਨੂੰ ਗੁਰੂ ਸਾਹਿਬ ਨੇ ਬਖਸ਼ਿਆ ਹੈ, 28ਵਾਂ ਬੰਦ। ਗੁਰੂ ਸਾਹਿਬ ਕਹਿੰਦੇ ਆ ਭਾਈ, ਟੁੱਟੇ ਨੇ ਕਿ ਬੋਲੇ ਸਹੀ, ਟੂਟੇ ਬਾ ਦੁਹੂ ਦਿਸ ਗਈ, ਟੂਟ ਪ੍ਰੀਤ ਗਈ ਬੁਰ ਬੋਲ, ਦੁਰਮਤ ਪਰ ਹਰ ਛਾਡੀ ਢੋਲ, ਟੂਟੈ ਗੰਠ ਪੜੈ ਵਿਚਾਰ, ਗੁਰ ਸਬਦੀ ਕਰ ਕਾਰਜ ਸਾਰ, ਲਾਹਾ ਸਾਚ ਨ ਆਵੇ ਤੋਟਾ, ਤ੍ਰਿਭਵਨ ਠਾਕਰ ਪ੍ਰੀਤਮ ਮੋਟਾ। ਤ੍ਰਿਭਵਨ ਠਾਕਰ ਪ੍ਰੀਤਮ ਮੋਟਾ। ਤੋ ਸਾਧ ਸੰਗਤ ਜੀ, ਇਸ ਬੰਦ ਦੇ ਵਿੱਚ ਗੁਰੂ ਸਾਹਿਬ ਸਾਨੂੰ ਸਮਝਾ ਰਹੇ ਆ ਭਾਈ ਗੁਰਮੁਖ ਪਿਆਰਿਓ, ਟੂਟੇ ਨੇ, ਜੇ ਕੋਈ ਬੰਦਾ ਕੂੜ ਬੋਲਦਾ ਹੈ ਤੇ ਸਾਡੇ ਸੰਸਾਰ ਦੇ ਵਿੱਚ ਸਾਡੇ ਹੀ ਮਿੱਤਰ ਪਿਆਰਿਆਂ ਨੂੰ ਉਹ ਬਹੁਤ ਬੁਰਾ ਲੱਗਦਾ, ਔਰ ਸਾਡਾ ਜਿਹੜਾ ਪਿਆਰ ਹੁੰਦਾ ਹੈ ਆਪਸ ਵਿੱਚ ਦੀ ਮਿੱਤਰਤਾਈ ਜਿਹੜੀ ਹੁੰਦੀ ਹੈ ਉਹ ਟੁੱਟ ਜਾਂਦੀ ਹੈ। ਤੇ ਇਸੇ ਤਰ੍ਹਾਂ ਹੀ ਜੇ ਪਰਮਾਤਮਾ ਦੀ ਅਸੀਂ ਗੱਲ ਨਹੀਂ ਮੰਨਦੇ, ਗੁਰੂ ਦੀ ਅਸੀਂ ਮੱਤ ਨੂੰ ਨਹੀਂ ਮੰਨਦੇ, ਤੇ ਸਾਡੀ ਰੂਹ ਦਾ ਨੇਹ ਪਰਮਾਤਮਾ ਨਾਲੋਂ ਵੀ ਟੁੱਟ ਜਾਂਦਾ ਹੈ। ਤੇ ਗੁਰੂ ਸਾਹਿਬ ਕਹਿੰਦੇ ਆ ਭਾਈ, ਫਿਰ ਮਤਲਬ ਜਿਹੜੇ ਦੁੱਖ ਕਲੇਸ਼ ਰੋਗ ਕਸ਼ਟ ਜਮਾਂ ਦੇ ਮਾਰ ਜਿਹੜੀ ਹੈ ਇਹ ਸਾਨੂੰ ਲੱਗਦੀ ਹੈ। ਪਰ ਗੁਰੂ ਸਾਹਿਬ ਕਹਿੰਦੇ ਆ, ਬੋਲੇ ਸਹੀ, ਸਹੀ ਬੋਲੋ ਭਾਈ,
ਸਹੀ ਕੀ ਹੈ ਕਿ ਜੋ ਪਰਮਾਤਮਾ ਦਾ ਨਾਮ ਸਿਮਰਨ ਕਰਨਾ ਹੈ ਨਾ, ਸਭ ਤੋਂ ਉੱਚਾ ਸੁੱਚਾ ਧਰਮ, ਸਭ ਤੋਂ ਉੱਚੀ ਸਿੱਚੀ ਕਰਮ, ਸਭ ਤੋਂ ਉੱਚਾ ਸੁੱਚਾ ਬੋਲਣਾ ਉਹ ਪਰਮਪਿਤਾ ਪਰਮਾਤਮਾ ਦਾ ਨਾਮ ਹੀ ਹੈ। ਪਰਮਾਤਮਾ ਦੇ ਨਾਮ ਦੇ ਓਟ ਆਸਰੇ ਦੇ ਵਿੱਚ ਅਸੀਂ ਜੋ ਕੁਝ ਬੋਲਾਂਗੇ ਉਹ ਸਹੀ ਹੋਏਗਾ, ਪਰਮਾਤਮਾ ਉਸ ਨੂੰ ਵੈਲਿਡ ਕਰੇਗਾ। ਅੱਗੇ ਗੁਰੂ ਸਾਹਿਬ ਕਹਿੰਦੇ ਟੂਟੇ ਬਾਂਹ ਦੁਹੂ ਦਿਸ ਗਹੀ, ਕਹਿੰਦੇ ਵੀ ਜਦੋਂ ਅਸੀਂ ਆਪਣੀ ਮਰਜ਼ੀ ਕਰਦੇ ਹਾਂ ਤੇ ਫਿਰ ਮਿੱਤਰ ਪਿਆਰੇ ਜਿਹੜੇ ਸਾਡੇ ਹੁੰਦੇ ਆ ਨਾ, ਜਿਹੜੇ ਭੈਣ ਭਰਾ ਹੁੰਦੇ ਆ, ਉਹ ਸਾਡੀ ਇੱਕ ਬਾਂਹ ਹੁੰਦੇ ਆ। ਤੇ ਗੁਰੂ ਸਾਹਿਬ ਕਹਿੰਦੇ ਆ ਵੀ ਇਹ ਵੀ ਬਾਂਹ ਜਿਹੜੀ ਹੈ ਸਾਡੀ ਟੁੱਟ ਜਾਂਦੀ ਹੈ। ਟੂਟੇ ਬਾਂਹ ਦੁਹੂ ਦਿਸ ਗਹੀ, ਦਹੂ ਦਾ ਮਤਲਬ 10 ਦਿਸ। ਇਹ ਜਿਹੜੀ ਹੈ ਐਸੀ ਅਵਸਥਾ ਬਣਦੀ ਹੈ ਕਿ ਫਿਰ ਸਾਡਾ ਜਿਹੜਾ ਕਰਮ ਹੈ, ਸਾਡੀ ਜਿਹੜੀ ਪਾਵਰ ਹੈ, ਸਾਡਾ ਜਿਹੜਾ ਵਿਚਾਰ ਹੈ, ਸਾਡਾ ਜਿਹੜਾ ਰਹਿਣ ਸਹਿਣ ਹੈ, ਉਹ 10 ਦਿਸ਼ਾਵਾਂ ਦੇ ਵਿੱਚ ਭਟਕਣਾ ਸ਼ੁਰੂ ਕਰ ਦਿੰਦਾ। ਮਤਲਬ ਇਸ ਨੂੰ ਕੋਈ ਕਿਨਾਰਾ ਨਹੀਂ ਮਿਲਦਾ, ਬਾਹਾਂ ਟੁੱਟ ਗਈਆਂ, ਸਹਾਰਾ ਨਹੀਂ ਮਿਲਦਾ, ਭਰਾ ਭਾਈ ਛੱਡ ਗਏ ਤੇ ਫਿਰ ਗੁਰੂ ਇਕੱਲਾ ਬੰਦਾ ਰਹਿ ਜਾਂਦਾ ਹੈ, ਡਾਵਾਂ ਡੋਲ ਹੋ ਜਾਂਦਾ ਹੈ, ਦਿਸ਼ਾ ਦੇ ਵਿੱਚ ਭਟਕਦਾ ਹੀ ਫਿਰਦਾ ਰਹਿੰਦਾ। ਅੱਗੇ ਗੁਰੂ ਸਾਹਿਬ ਕਹਿੰਦੇ ਆ ਭਾਈ ਇਹੀ ਕਾਰਨ ਪਰਮਾਤਮਾ ਦਾ ਹੈ ਕਿ ਜੇ ਅਸੀਂ ਪਰਮਾਤਮਾ ਨੂੰ ਛੱਡਦੇ ਹਾਂ ਤਾਂ ਸਾਡਾ ਮਨ ਜਿਹੜਾ, ਸਾਡੀ ਰੂਹ ਜਿਹੜੀ ਹੈ 10 ਦਿਸ਼ਾਵਾਂ ਦੇ ਵਿੱਚ ਭਟਕਦੀ ਫਿਰਦੀ ਰਹਿੰਦੀ ਹੈ। ਸਾਨੂੰ ਕੋਈ ਹੱਥ ਦੇਣ ਵਾਲਾ ਨਹੀਂ ਹੁੰਦਾ, ਪਰਮਾਤਮਾ ਤੋਂ ਇਲਾਵਾ ਸੰਸਾਰ ਦੇ ਵਿੱਚ ਸਾਡਾ ਕੋਈ ਸਾਥੀ ਨਹੀਂ ਬਣਦਾ। ਤੇ ਗੁਰੂ ਸਾਹਿਬ ਇਹ ਬਖਸ਼ਿਸ਼ ਕਹਿੰਦੇ ਆ ਟੂਟ ਪ੍ਰੀਤ ਗਈ ਬੁਰ ਬੋਲ, ਬੁਰੇ ਬੋਲ ਬੋਲਿਆ ਆਪਣੇ ਸੰਸਾਰ ਦੇ ਵਿੱਚ ਆਪਣੇ ਮਿੱਤਰਾਂ ਪਿਆਰਿਆਂ ਨੂੰ, ਆਪਣੇ ਪੁੱਤਰਾਂ ਧੀਆਂ ਨੂੰ, ਆਪਣੇ ਮਾਂ-ਬਾਪ ਨੂੰ, ਆਪਣੇ ਅੰਗੀਆਂ ਰਿਸ਼ਤੇਦਾਰਾਂ ਨੂੰ, ਅੰਗੀਆਂ ਸਾਕੀਆਂ ਨੂੰ ਜਦੋਂ ਅਸੀਂ ਬੁਰਾ ਬੋਲਦੇ ਹਾਂ ਨਾ, ਤੇ ਗੁਰੂ ਸਾਹਿਬ ਕਹਿੰਦੇ ਆ ਟੂਟ ਪ੍ਰੀਤ ਗਈ। ਇਹ ਪ੍ਰੀਤ ਸਾਡੀ ਜਿਹੜੀ ਹੁੰਦੀ ਆ ਉਹਨਾਂ ਨਾਲ ਟੁੱਟ ਗਈ, ਬੁਰੇ ਬੋਲ ਬੋਲੇ ਤੇ ਪ੍ਰੀਤ ਟੁੱਟ ਗਈ। ਗੁਰੂ ਸਾਹਿਬ ਕਹਿੰਦੇ ਆ ਫਿਰ ਦੁਰਮਤ ਪਰ ਹਰ ਛਾਡੀ ਢੋਲ। ਦੁਰਮਤ ਭਾਵ ਦੁਰਮਤ ਦੇ ਨਾਲ ਅਸੀਂ ਆਪਣੇ ਢੋਲ ਜਿਹੜਾ ਸੀ, ਭਾਵ ਢੋਲ ਪਰਮਪਿਤਾ ਪਰਮਾਤਮਾ, ਦੁਰਮਤ ਪਰ ਹਰ ਛਾਡੀ ਢੋਲ। ਦੁਰਮਤ ਤਿਆਗ ਕੇ ਜੇ ਅਸੀਂ ਪਰਮਾਤਮਾ ਨਾਲ ਪਿਆਰ ਕਰੀਏ ਫਿਰ ਤਾਂ ਪਰਮਾਤਮਾ ਮਿਲ ਜਾਂਦਾ, ਪਰ ਅਸੀਂ ਕੀ ਕਰਦੇ ਹਾਂ, ਦੁਰਮਤ ਦੁਆਰਾ ਪਰਮਾਤਮਾ ਨੂੰ ਤਿਆਗ ਦਿੰਦੇ ਹਾਂ। ਸਾਨੂੰ ਮਤ ਹੀ ਨਹੀਂ ਹੁੰਦੀ, ਅਸੀਂ ਪਰਮਾਤਮਾ ਨੂੰ ਤਿਆਗ ਦਿੰਦੇ ਹਾਂ। ਤੇ ਇਸ ਤਰ੍ਹਾਂ ਦੇ ਨਾਲ ਗੁਰੂ ਸਾਹਿਬ ਕਹਿੰਦੇ ਆ ਭਾਈ ਟੂਟੈ ਗੰਠ ਪੜੈ ਵਿਚਾਰ। ਤੇ ਫਿਰ ਜਦੋਂ ਪਰਮਾਤਮਾ ਦੇ ਨਾਲੋਂ ਸਾਡਾ ਮਨ ਜਿਹੜਾ ਟੁੱਟ ਜਾਂਦਾ ਹੈ ਨਾ, ਤੇ ਉਦੋਂ ਫਿਰ ਗੰਢ ਪੈ ਜਾਂਦੀ ਹੈ, ਵਿਚਾਰ ਦੇ ਵਿੱਚ ਵੀ ਗੰਢ ਪੈ ਜਾਂਦੀ ਹੈ। ਵਿਚਾਰ ਜਿਹੜਾ ਹੈ, ਵਿਚਾਰ ਜਦੋਂ ਟੁੱਟਦਾ ਹੈ, ਜਦੋਂ ਟੁੱਟ ਜਾਂਦਾ ਤੇ ਉਸ ਦੇ ਵਿੱਚ ਗੰਢ ਪੈ ਜਾਂਦੀ ਹੈ। ਇਹੀ ਗੰਢ ਸਾਡੇ ਮਨਾਂ ਦੇ ਵਿੱਚ ਜਿਹੜੀ ਆ, ਫਿਰ ਜਦੋਂ ਅਸੀਂ ਪਰਮਾਤਮਾ ਨਾਲ ਟੁੱਟਦੇ ਹਾਂ ਇੱਕ ਗੰਢ ਪੈਂਦੀ ਹੈ। ਤੇ ਅੱਗੇ ਗੁਰੂ ਸਾਹਿਬ ਬਖਸ਼ਿਸ਼ ਕਰਦੇ ਆ ਭਾਈ ਗੁਰ ਸ਼ਬਦੀ ਘਰ ਕਾਰਜ ਸਾਰ। ਗੁਰੂ ਦੇ ਸ਼ਬਦ ਦੁਆਰਾ, ਵਾਹਿਗੁਰੂ ਵਾਹਿਗੁਰੂ, ਗੁਰੂ ਦੇ ਸ਼ਬਦ ਦੁਆਰਾ ਆਪਣੇ ਘਰ ਦੇ ਭਾਵ ਆਪਣੀ ਰੂਹ ਦੇ ਕਾਰਜ ਸਵਾਰ ਲੈ ਭਾਈ ਗੁਰਮੁਖ ਪਿਆਰਿਆ। ਗੁਰੂ ਸਾਹਿਬ ਸਾਨੂੰ ਇਹ ਬਖਸ਼ਿਸ਼ ਕਰਦੇ ਹੈ। ਤੇ ਫਿਰ ਜਦੋਂ ਤੂੰ ਗੁਰੂ ਸ਼ਬਦ ਦੁਆਰਾ ਗੁਰੂ ਦਾ ਨਾਮ ਸਿਮਰਨ ਕਰਕੇ ਆਪਣੇ ਕਾਰਜ ਸਵਾਰਨੇ ਸ਼ੁਰੂ ਕਰ ਦੇਗਾ ਨਾ, ਤੇ ਉਦੋਂ ਕੀ ਹੋਏਗਾ, ਗੁਰੂ ਸਾਹਿਬ ਬਖਸ਼ਿਸ਼ ਕਰਦੇ ਹੈ ਲਾਹਾ ਸਾਚ ਨਾ ਆਵੇ ਟੋਟਾ। ਲਾਹਾ ਭਾਵ ਤੈਨੂੰ ਨਫਾ ਪ੍ਰਾਪਤ ਹੋਏਗਾ ਸੱਚ ਦਾ, ਸੱਚ ਭਾਵ ਪਰਮਪਿਤਾ ਪਰਮਾਤਮਾ ਤੇਰੇ ਅੰਗ ਸੰਗ ਹੋ ਕੇ ਤੈਨੂੰ ਖੁਸ਼ੀਆਂ ਬਖਸ਼ੇਗਾ, ਤੈਨੂੰ ਲਾਹਾ, ਤੈਨੂੰ ਨਫਾ ਹੋ ਜਾਏਗਾ, ਤੈਨੂੰ ਵਾਧਾ ਹੋ ਜਾਏਗਾ, ਤੇਰੇ ਜੀਵਨ ਦੇ ਵਿੱਚ ਜਿਹੜਾ ਹੈ ਸੁੱਖਾਂ ਦੀ ਪ੍ਰਾਪਤੀ ਹੋ ਜਾਏਗੀ। ਤੇ ਗੁਰੂ ਸਾਹਿਬ ਕਹਿੰਦੇ ਆ ਫਿਰ ਟੋਟਾ ਕਦੇ ਨਹੀਂ ਆਉਂਦਾ, ਕਦੇ ਨੁਕਸਾਨ ਨਹੀਂ ਹੋਏਗਾ। ਹੁਣ ਅੱਗੇ ਗੁਰੂ ਸਾਹਿਬ ਕਹਿੰਦੇ ਆ ਭਾਈ ਇਹ ਜਿਹੜਾ ਹੈ ਨਾ ਪਰਮਾਤਮਾ ਜਦੋਂ ਕਿਸੇ 'ਤੇ ਕਿਰਪਾ ਕਰਦਾ ਹੈ ਤੇ ਉਦੋਂ ਉਸ ਪਰਮਪਿਤਾ ਪਰਮਾਤਮਾ ਦੀ ਕਿਰਪਾ ਨਾਲ ਉਸ ਦੇ ਜੀਵਨ ਦੇ ਵਿੱਚ ਸੁੱਖਾਂ ਦੀ ਬੌਛਾਰ ਆ ਜਾਂਦੀ ਹੈ। ਤੇ ਗੁਰੂ ਸਾਹਿਬ ਅੱਗੇ ਕਹਿੰਦੇ ਆ ਤੇਰੇ ਭਵਨ ਠਾਕੁਰ ਪ੍ਰੀਤਮ ਮੋਟਾ। ਇਹ ਪਰਮਪਿਤਾ ਪਰਮਾਤਮਾ ਜਿਹੜਾ ਠਾਕੁਰ ਹੈ, ਬੰਧਨਾਂ ਨੂੰ ਠਾਕਣ ਵਾਲਾ ਹੈ, ਰੋਗਾਂ ਕਸ਼ਟਾਂ ਨੂੰ ਠਾਕਣ ਵਾਲਾ ਹੈ। ਦੁੱਖ ਰੋਗ ਕਾ ਪਰਮੇਸ਼ਰ ਦਿੱਤਾ ਬੰਨਾ, ਦੁੱਖ ਰੋਗ ਕਾ ਡੇਰਾ ਭੰਨਾ। ਇਹ ਠਾਕਰ ਜਿਹੜਾ ਦੁੱਖ ਰੋਗਾਂ ਦਾ ਡੇਰਾ ਭੰਨਣ ਵਾਲਾ ਹੈ। ਇਹ ਪ੍ਰਵੀਤਮ ਜਿਹੜਾ ਹੈ ਤਿਰ ਭਵਨ, 3 ਭਵਨਾਂ ਦੇ ਵਿੱਚ ਜਿਹੜਾ ਹੈ ਇਹ ਸਭ ਤੋਂ ਵੱਡਾ ਹੈ, ਸਭ ਤੋਂ ਪਾਵਰਫੁਲ ਹੈ, ਸਭ ਦੇ
ਕਾਰਜ ਸਵਾਰਨ ਵਾਲਾ ਹੈ ਤੇ ਇਹ ਸਾਰੇ ਗੁਰਮੁਖ ਪਿਆਰੀਆਂ ਰੂਹਾਂ ਦੇ ਜਿਹੜੇ ਕਾਰਜ ਹੈ ਉਹ ਸਵਾਰ ਦਿੰਦਾ ਹੈ। ਤੋ ਸਾਧ ਸੰਗਤ ਜੀ, ਇਸ ਤਰ੍ਹਾਂ ਦੇ ਨਾਲ ਗੁਰੂ ਸਾਹਿਬ ਨੇ ਸਾਨੂੰ ਕੁਝ ਸਮਝਾਇਆ ਕਿ ਭਾਈ ਗੁਰਮੁਖ ਪਿਆਰਿਓ, ਆਪਣੇ ਜੀਵਨ ਦੇ ਵਿੱਚ ਇਸ ਤਰ੍ਹਾਂ ਦਾ ਕਰਮ ਕਰਦੇ ਹੋਏ, ਨਾਮ ਸਿਮਰਨ ਕਰਦੇ ਹੋਏ, ਗੁਰੂ ਦਾ ਜਸ ਕਰਦੇ ਹੋਏ ਪਰਮਾਤਮਾ ਨਾਲ ਜੁੜਨ ਦੀ ਕੋਸ਼ਿਸ਼ ਕਰੋ। ਇੰਨੀਆਂ ਵਿਚਾਰਾਂ ਕਰਦਾ ਹੋਇਆ ਦਾਸ ਸ਼ਮਾ ਦਾ ਜਾਚਕ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ।